प्यारे श्रोतिओ, हाज़र हाँ एक नवा चैप्टर लैके। अज असी जो स्पाइनोज़ा का एक तत्ववाद शुरू किया, उसका जो रिमेनिंग पार्ट नूं स्टडी करांगे। मन शरीर संबंध समान अंतर, यानी कि माइंड एंड बॉडी रिलेशन का जो पैरालिज्म ਉਹਦੇ ਬਾਰੇ, यानी कि जो सिੱਟਾ ਡਕਾਟੇ ने ਕੱਢਿਆ ਸੀ कि द्रव मन ਅਤੇ ਸਰੀਰ ਪਦਾਰਥਾਂ ਇਹ ਕੇਵਲ ਇੱਕ ਤੱਤ ਵਿਗਿਆਨਕ ਸਿੱਟਾ ਹੀ ਨਹੀਂ ਬਲਕਿ ਇੱਕ ਮਨੋਵਿਗਿਆਨਕ ਸਿੱਟਾ ਵੀ ਹੈ। ਡਕਾਟੇ ਵੀ ਇੱਕ ਫਿਲਾਸਫਰ ਸੀ ਦੇ ਇਸ ਮਨ ਸਰੀਰ द्रव ਦੀ ਆਲੋਚਨਾ ਦੇ ਨਾਲ ਸਪਾਈਨੋਜ਼ਾ ਇਹਨਾਂ ਦੋਨਾਂ ਪ੍ਰਮੁੱਖ ਗੁਣਾਂ ਦੇ ਵਿੱਚ ਆਪਸੀ ਸੰਬੰਧ ਦੀ ਸਮੱਸਿਆ ਤੇ ਵੀ ਵਿਚਾਰ ਕਰਦਾ ਹੈ। ਡਕਾਟੇ ਅਨੁਸਾਰ ਮਨੁੱਖ ਦਾ ਸਰੀਰ ਅਤੇ ਮਨ ਦੋਵੇਂ ਇੱਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਆਪਸੀ ਨਿਰਭਰ ਹਨ, ਯਾਨੀ ਕਿ ਇੱਕ ਦੂਜੇ 'ਤੇ ਡਿਪੈਂਡ ਹਨ, ਜਿਸ ਕਾਰਨ ਇਸ ਸਿੱਟੇ ਨੂੰ ਉਹ ਅੰਤਰ ਕਿਰਿਆਵਾਦ ਜਿਹੜੇ ਇੰਟਰੈਕਸ਼ਨਿਜ਼ਮ ਕਹਿੰਦਾ ਹੈ। ਪਰ ਸਪਾਈਨੋਜ਼ਾ ਇਸ ਸਮੱਸਿਆ ਦੀ ਹਰ ਪੱਖੋਂ ਵਿਆਖਿਆ ਕਰਦਾ ਹੈ। ਉਸ ਅਨੁਸਾਰ ਮਨ ਅਤੇ ਸਰੀਰ ਦੋਵੇਂ ਆਤਮ ਨਿਰਭਰ ਗੁਣ ਹਨ, ਯਾਨੀ ਕਿ ਸੈਲਫ ਡਿਪੈਂਡੈਂਟ ਹਨ। ਦੋਵੇਂ ਬਰਾਬਰ ਦੀ ਸਮਰੱਥਾ ਰੱਖਦੇ ਹਨ। ਮਨ ਅਤੇ ਸਰੀਰ ਦੋਵੇਂ ਵੱਖ ਹਨ, ਇਹਨਾਂ ਦੇ ਖੇਤਰ ਵੱਖ ਹਨ ਅਤੇ ਇਹਨਾਂ ਦੀ ਕਾਰਨਤਾ ਵੀ ਵੱਖ ਹੈ। ਇਹ ਦੋਵੇਂ ਸਮਾਨ ਹਨ ਕਿਉਂਕਿ ਇਸ ਅਨੁਸਾਰ ਮਨ ਅਤੇ ਸਰੀਰ ਸਮਾਨ ਹਨ। ਹੁਣ ਥੋੜ੍ਹੀ ਜਿਹੀ ਆਪਾਂ ਇੱਥੇ ਹੀਗਲ ਦਾ ਇੱਕ ਤੱਤਵਾਦ ਕੀ ਕਹਿੰਦਾ। ਹੀਗਲ ਇੱਕ ਆਦਰਸ਼ਵਾਦੀ ਸੀ, ਜਿਵੇਂ ਕਿ ਹੀਗਲ ਵੀ ਇੱਕ ਫਿਲਾਸਫਰ ਸੀ, ਲੇਕਿਨ ਉਹ ਆਈਡੀਅਲਿਸਟ ਸੀ ਜੋ ਕੇਵਲ ਵਿਚਾਰ ਨੂੰ ਹੀ द्रव ਮੰਨਦਾ ਸੀ। ਉਸ ਸਮੇਂ द्रव ਸੰਬੰਧੀ ਜੋ ਸਿਧਾਂਤ ਪ੍ਰਚਲਿਤ ਸਨ, ਉਹਨਾਂ ਸਭ ਦਾ ਅਧਿਐਨ ਕਰਨ ਤੋਂ ਬਾਅਦ ਹੀਗਲ ਸੋਚਦਾ ਹੈ ਕਿ ਸਪਾਈਨੋਜ਼ਾ ਦਾ ਸਿਧਾਂਤ ਕੁਝ ਠੀਕ ਹੈ, ਜਿਵੇਂ ਕਿ ਉਹ ਦਰਸਾਉਂਦਾ ਹੈ ਕਿ ਸੰਸਾਰ ਇੱਕ ਤੋਂ ਅਨੇਕ ਹੋਇਆ ਹੈ। ਪਰ ਸਪਾਈਨੋਜ਼ਾ ਇਸ ਇੱਕ ਅਤੇ ਅਨੇਕ ਵਿੱਚ ਸਮਾਨਤਾ ਦੇ ਸੰਬੰਧ ਨੂੰ ਚੰਗੀ ਤਰ੍ਹਾਂ ਦਰਸਾ ਨਹੀਂ ਸਕਿਆ, ਕਿਉਂਕਿ ਇੱਕ ਤੱਤਵਾਦ ਸਾਬਤ ਕਰਨ ਲਈ ਇੱਕ ਅਤੇ ਅਨੇਕ ਵਿੱਚ ਸਮਾਨਤਾ ਦਰਸਾਉਣਾ ਬਹੁਤ ਜ਼ਰੂਰੀ ਹੈ, ਤੇ ਹੀਗਲ ਇਹ ਸਮਾਨਤਾ ਦਰਸਾਉਂਦਾ ਹੈ, ਜਿਸ ਕਾਰਨ ਉਸ ਦੇ द्रव ਸੰਬੰਧੀ ਵਿਚਾਰ ਨੂੰ ਠੋਸ ਇੱਕ ਤੱਤਵਾਦ, ਜਾਣੀ ਕਿ ਕੰਕਰੀਟ ਮੋਨਿਜ਼ਮ ਕਹਿੰਦੇ ਹਨ। ਹੁਣ ਹੀਗਲ ਅੰਤਮ ਸੱਚਾਈ ਜਾਂ द्रव ਏਕਤਾ ਅਤੇ ਅਨੇਕਤਾ ਦਾ ਸੁਮੇਲ ਹੈ, ਜੋ ਹੀਗਲ ਦਾ ਮਤਲਬ ਇਸ ਬਾਰੇ ਜੋ ਆਪਣੀ ਵਿਚਾਰ ਦਿੰਦਾ। ਅਨੇਕਤਾ ਵਿੱਚ ਏਕਤਾ ਹੋਣ ਨਾਲ ਅਨੇਕਤਾ ਪ੍ਰਾਪਤ ਨਹੀਂ ਹੋ ਸਕਦੀ, ਬਲਕਿ ਉਹ ਏਕਤਾ ਰਾਹੀਂ ਪ੍ਰਗਟ ਹੁੰਦੀ ਹੈ। ਸੋ ਏਕਤਾ ਅਤੇ ਅਨੇਕਤਾ ਦੋਵੇਂ ਸੱਚ ਹਨ, ਦੋਵੇਂ ਸਾਡੇ ਅਨੁਭਵ ਦਾ ਵਿਸ਼ਾ ਬਣ ਸਕਦੇ ਹਨ ਅਤੇ ਦੋਵੇਂ ਅੰਤਮ ਸੱਚਾਈ ਦੇ ਦੋ ਅਲੱਗ-ਅਲੱਗ ਪੱਖ ਹਨ। ਭਾਵ ਇੱਕ ਹੀ ਸਭ ਵਿੱਚ ਸਥਾਪਿਤ ਹੋਇਆ ਹੈ। ਜਿਸ ਤਰ੍ਹਾਂ ਗਿਆਤਾ ਅਤੇ ਗਿਆਤ ਦੋ ਵਿਰੋਧੀ ਤੱਤ ਨਹੀਂ ਬਲਕਿ ਇੱਕ ਦੂਸਰੇ ਦੇ ਪੂਰਕ ਹੁੰਦੇ ਹਨ। ਗਿਆਨ ਦੀ ਪ੍ਰਕਿਰਿਆ ਵਿੱਚ ਮੋਢੀ ਹੁੰਦੇ ਹਨ। ਇਸੇ ਤਰ੍ਹਾਂ ਏਕਤਾ ਅਤੇ ਅਨੇਕਤਾ ਦੋਵੇਂ ਮਿਲ ਕੇ द्रव ਦਾ ਸਰੂਪ ਬਣਾਉਂਦੇ ਹਨ। ਹੀਗਲ ਇਸ ਵਿਚਾਰ ਨੂੰ ਨਿਰਪੇਖ ਵਿਚਾਰ ਕਹਿੰਦਾ ਹੈ, ਕਿਉਂਕਿ ਉਸ ਅਨੁਸਾਰ ਜੋ ਬੌਧਿਕ ਹੈ ਉਹ ਹੀ ਸੱਚ ਹੈ ਅਤੇ ਜੋ ਸੱਚ ਹੈ ਉਹ ਬੌਧਿਕ ਹੈ। ਇਸ ਵਿਚਾਰ ਨਾਲ ਹੀਗਲ ਆਤਮਿਕ ਅਤੇ ਭੌਤਿਕ ਸੰਸਾਰ ਵਿੱਚ ਏਕਤਾ ਸਾਬਤ ਕਰਦਾ ਹੈ, ਜਾਂ ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹੀਗਲ ਦਾ ਵਿਚਾਰ ਇੱਕ ਤੱਤਵਾਦ ਅਤੇ ਅਨੇਕ ਤੱਤਵਾਦ ਦਾ ਮਿਲਿਆ ਜੁਲਿਆ ਰੂਪ ਹੈ। ਹੁਣ ਪਦਾਰਥਵਾਦ ਬਾਰੇ ਵੀ ਥੋੜ੍ਹਾ ਆਪਾਂ ਗੱਲ ਕਰਦੇ ਹਾਂ ਇੱਥੇ ਕਿ ਪਦਾਰਥਵਾਦ ਦੀ ਵਿਚਾਰਧਾਰਾ ਕੀ ਹੈਗੀ ਹੈ। ਪਦਾਰਥਵਾਦ ਇੱਕ ਤੱਤ ਵਿਗਿਆਨਕ ਵਿਚਾਰਧਾਰਾ ਹੈ ਜਿਸ ਅਨੁਸਾਰ ਇਸ ਸੰਸਾਰ ਦਾ ਇੱਕੋ ਇੱਕ द्रव ਮਾਤਰ ਪਦਾਰਥ ਹੈ। ਡੈਮੋਕ੍ਰਾਈਟਸ, ਨਿਊਟਨ ਅਤੇ ਆਇਨਸਟੀਨ ਵਰਗੇ ਦਾਰਸ਼ਨਿਕਾਂ ਦਾ ਵਿਚਾਰ ਹੈ
ਕਿ ਸਭ ਵਸਤਾਂ ਵਿੱਚ ਪਦਾਰਥ ਜਾਂ ਅਣੂ ਪਾਏ ਜਾਂਦੇ ਹਨ, ਜਿਹਨੂੰ ਐਟਮ ਕਹਿ ਦਿੰਦੇ ਅਸੀਂ। ਹਰ ਵਸਤੂ ਇਹਨਾਂ ਅਣੂਆਂ ਦਾ ਜੋੜ ਹੈ। ਇਸ ਤਰ੍ਹਾਂ ਇਹ ਅਣੂ ਵੀ ਦ੍ਰਵ ਹਨ। ਬੇਸ਼ੱਕ ਅਣੂ ਬਹੁਤੇ ਹੁੰਦੇ ਹਨ, ਪਰ ਗੁਣ ਅਤੇ ਮਾਤਰਾ ਵਿੱਚ ਉਹ ਇੱਕੋ ਸਮਾਨ ਹਨ। ਇਸ ਲਈ ਇਹ ਅਣੂ ਹੀ ਸੰਸਾਰ ਦਾ ਮੂਲ ਤੱਤ ਹੈ। ਅਣੂ ਪਦਾਰਥ ਦੀ ਸਭ ਤੋਂ ਛੋਟੀ ਇਕਾਈ ਨੂੰ ਕਹਿੰਦੇ ਹਨ। ਇਹਨਾਂ ਸਭ ਤੋਂ ਛੋਟੀਆਂ ਕਈ ਇਕਾਈਆਂ ਦੇ ਮੇਲ ਨਾਲ ਹੀ ਕੋਈ ਵਸਤੂ ਬਣਦੀ ਹੈ। ਇਸ ਲਈ ਇਹ ਅਣੂ ਹੀ ਇੱਕੋ ਇੱਕ ਦ੍ਰਵ ਹੈ। ਪਦਾਰਥਵਾਦ ਦੀ ਪਰਿਭਾਸ਼ਾ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਇੱਕ ਅਜਿਹੀ ਵਿਚਾਰਧਾਰਾ ਵਾ ਜਿਸ ਅਨੁਸਾਰ ਇੱਕ ਫੈਲਣਯੋਗ ਅਤੇ ਆਤਮ ਨਿਰਧਾਰਤ ਅਣੂ ਹੀ ਇਸ ਸੰਸਾਰ ਨੂੰ ਬਣਾਉਣ ਵਾਲੇ ਅੰਗ ਹਨ। ਯਾਨੀ ਕਿ ਐਟਮ ਨੂੰ ਮੰਨਦੇ ਨੇ ਕਿ ਸੰਸਾਰ ਇੱਕ ਅਣੂ ਤੋਂ ਬਣਿਆ ਹੈ। ਇਸ ਤੋਂ ਇਲਾਵਾ ਸਭ ਮਨ, ਚੇਤਨਾ ਅਤੇ ਹੋਰ ਮਨੋਵਿਗਿਆਨਕ ਪ੍ਰਕਿਰਿਆਵਾਂ ਇਸੇ ਪਦਾਰਥ ਜਾਂ ਅਣੂਆਂ ਦਾ ਦੂਸਰਾ ਰੂਪ ਹਨ। ਹੁਣ ਚਾਰਲਸ ਸੀਲੀ ਜੋ ਆਪਣੀ ਕਿਤਾਬ ਏ ਫਿਲਾਸਫੀ ਆਫ ਐਕਸ਼ਨ, ਉਹ ਇੱਕ ਉਹਦੀ ਬੜੀ ਪ੍ਰਸਿੱਧ ਕਿਤਾਬ ਹੈਗੀ ਆ ਚਾਰਲਸ ਸੀਲੀ ਦੀ, ਜੋ ਇੱਕ ਫਿਲਾਸਫਰ ਹੋਇਆ। ਉਹਨੇ ਆਪਣੀ ਕਿਤਾਬ ਜਿਹੜੀ ਲਿਖੀ ਹੈ ਏ ਫਿਲਾਸਫੀ ਆਫ ਐਕਸ਼ਨ, ਉਹ ਵਿੱਚ ਉਹਦੇ 'ਚ ਕੀ ਗੱਲ ਕਰਦਾ ਉਹ ਕਿ ਆਧੁਨਿਕ ਪਦਾਰਥਵਾਦ ਅਨੁਸਾਰ ਸੰਸਾਰ ਇੱਕ ਅਣਗਿਣਤ ਅਤੇ ਅਸੀਮਤ ਪਦਾਰਥਕ ਸੱਤਾ ਹੈ। ਯਾਨੀ ਕਿ ਅਣਗਿਣਤ ਅਤੇ ਅਸੀਮਤ, ਯਾਨੀ ਕਿ ਅਸੀਮ ਹਨ। ਇਹ ਸੰਸਾਰ ਜਿਸ ਵਿੱਚ ਪਦਾਰਥ ਅਤੇ ਊਰਜਾ ਸ਼ਾਮਲ ਹੈ ਸਦਾ ਰਿਹਾ ਹੈ, ਸਦਾ ਅਤੇ ਸਦਾ ਹੀ ਰਹੇਗਾ। ਇਹ ਸੰਸਾਰ ਸਖਤ, ਸਥੂਲ ਯਾਨੀ ਕਿ ਨਿੱਗਰ ਪਦਾਰਥਕ ਅਤੇ ਇੱਕ ਵਸਤੂਗਤ ਸੱਚਾਈ ਹੈ ਜਿਸ ਨੂੰ ਮਨੁੱਖ ਜਾਣ ਸਕਦਾ ਹੈ। ਇਹ ਸੰਸਾਰ ਪਦਾਰਥ ਮਨ ਤੋਂ ਪਹਿਲਾਂ ਸੀ। ਇਹ ਪਦਾਰਥਕ ਸੰਸਾਰ ਮੁੱਢਲਾ ਹੈ, ਬਾਕੀ ਸਭ ਵਿਚਾਰ ਆਦਿ ਬਾਅਦ ਵਿੱਚ ਹਨ। ਇਹ ਚਾਰਲਸ ਸੀਲੀ ਦਾ ਵਿਚਾਰ ਹੈ। ਹੁਣ ਥੋੜ੍ਹੀ ਜਿਹੀ ਆਪਾਂ ਇਹਦੇ ਨਾਲ ਆਦਰਸ਼ਵਾਦ ਦੀ ਗੱਲ ਵੀ ਕਰਦੇ ਹਾਂ ਕਿ ਆਦਰਸ਼ਵਾਦ ਕੀ ਕਹਿੰਦਾ ਇਹਨਾਂ ਬਾਰੇ। ਆਈਡੀਅਲਿਜ਼ਮ, ਆਦਰਸ਼ਵਾਦ ਵੀ ਪਦਾਰਥਵਾਦ ਵਾਂਗ ਇੱਕ ਤੱਤ ਵਿਗਿਆਨਕ ਵਿਚਾਰਧਾਰਾ ਜੋ ਪਦਾਰਥਵਾਦ ਦੇ ਉਲਟ ਵਿਚਾਰਾਂ ਨੂੰ ਦ੍ਰਵ ਮੰਨਦੀ। ਇਸ ਵਿਚਾਰਧਾਰਾ ਅਨੁਸਾਰ ਸਚਾਈ ਜਾਂ ਦ੍ਰਵ ਦਾ ਵਿਚਾਰ ਮਨ ਜਾਂ ਆਤਮਾ ਤੋਂ ਬਣਿਆ ਹੈ, ਨਾ ਕਿ ਪਦਾਰਥ ਤੋਂ, ਕਿਉਂਕਿ ਹਰ ਪਦਾਰਥ ਨੂੰ ਬਣਾਉਣ ਲਈ ਉਸ ਦੇ ਆਕਾਰ ਦਾ ਵਿਚਾਰ ਬਣਾਉਣ ਵਾਲੇ ਦੇ ਮਨ ਵਿੱਚ ਹੋਣਾ ਜ਼ਰੂਰ ਚਾਹੀਦਾ ਹੈ। ਹੁਣ ਪਲੈਟੋ, ਹੀਗਲ ਤੇ ਬਰਕਲੇ ਇਹ ਕੌਣ ਸਨ? ਆਦਰਸ਼ਵਾਦੀ ਸਨ। ਪਰ ਇਹਨਾਂ ਵਿੱਚੋਂ ਹੀਗਲ ਅਤੇ ਬਰਕਲੇ ਇੱਕ ਤੱਤਵਾਦੀ ਸੀ, ਖਾਸ ਕਰਕੇ ਬਰਕਲੇ ਇੱਕ ਆਦਰਸ਼ਵਾਦੀ ਇੱਕ ਤੱਤਵਾਦੀ ਸੀ। ਕਿਉਂਕਿ ਉਹਦੇ ਅਨੁਸਾਰ, ਬਰਕਲੇ ਦੇ ਅਨੁਸਾਰ ਕੀ ਸੀ ਕਿ ਵਸਤਾਂ ਕੇਵਲ ਵਿਚਾਰਾਂ ਤੋਂ ਪੈਦਾ ਹੁੰਦੀਆਂ ਨੇ ਅਤੇ ਵਿਚਾਰ ਅਤੇ ਸਾਰੇ ਜਿਹੜੇ ਵਿਚਾਰ ਨੇ ਉਹ ਸਾਡੇ ਮਨ ਦੇ ਹੁੰਦੇ ਜਾਂ ਮਨ ਵਿੱਚ ਹੁੰਦੇ ਆ। ਅਤੇ ਮਨੁੱਖੀ ਮਨ ਤੋਂ ਇਲਾਵਾ ਇੱਕ ਅਧਿਆਤਮਕ ਸੁਪਰਮਨ ਵੀ ਹੈ। ਉਹ ਇੱਕ ਸੁਪਰਮਨ ਮੰਨਦਾ ਸੀ ਜਿਸ ਅੰਦਰ ਪਏ ਵਿਚਾਰਾਂ ਤੋਂ ਹੀ ਸਭ ਵਸਤਾਂ ਬਣਦੀਆਂ ਜਾਂ ਆਕਾਰ ਲੈਂਦੀਆਂ ਹਨ। ਇਸ ਲਈ ਕੋਈ ਆਤਮਕ ਜਾਂ ਮਾਨਸਿਕ ਸੱਤਾ ਹੀ ਇੱਕੋ ਇੱਕ ਦ੍ਰਵ ਹੈ। ਬਰਕਲੇ ਆਪਣੇ ਵਸਤਾਂ ਦੇ ਗੁਣ ਦੇ ਸਿਧਾਂਤ ਰਾਹੀਂ ਵੀ ਇਹ ਸਿੱਧ ਕਰਦਾ ਹੈ ਕਿ ਇੱਕੋ ਇੱਕ ਸੱਤਾ ਮਾਨਸਿਕ ਹੈ। ਹੁਣ ਜਾਨ ਲਾਕ ਜਿਹੜਾ ਹੈ ਉਹਦੇ ਅਨੁਸਾਰ ਕੀ ਹੈ ਕਿ ਵਸਤੂ ਦੇ ਦੋ ਗੁਣ ਹੁੰਦੇ ਹਨ। ਇੱਕ ਹੁੰਦੇ ਨੇ ਮੁੱਢਲੇ ਗੁਣ ਅਤੇ ਦੁਜੈਲੀ ਗੁਣ, ਯਾਨੀ ਪ੍ਰਾਇਮਰੀ ਐਂਡ ਸੈਕੰਡਰੀ ਕੁਆਲਿਟੀਜ਼। ਮੁੱਢਲੇ ਗੁਣ ਵਸਤੂ ਦੇ ਆਪਣੇ ਗੁਣ ਹੁੰਦੇ ਹਨ ਅਤੇ ਦੁਜੈਲੇ ਜਿਹੜੇ ਸੈਕੰਡਰੀ ਗੁਣ ਨੇ ਉਹ ਮਨੁੱਖ ਰਾਹੀਂ ਬਣਾਏ ਜਾਂਦੇ ਹਨ। ਇਸ ਸੰਬੰਧੀ ਯਥਾਰਥਵਾਦ ਕਹਿੰਦਾ ਹੈ ਕਿ ਜੇਕਰ ਵਸਤੂ ਵਿੱਚ ਇਹ ਗੁਣ ਹਨ ਤਦ ਹੀ ਸਾਨੂੰ ਉਹਨਾਂ ਬਾਰੇ ਪਤਾ ਲੱਗਦਾ ਹੈ, ਭਾਵ ਦੋਵੇਂ ਗੁਣ ਵਸਤੂ ਵਿੱਚ ਹੁੰਦੇ ਹਨ। ਪਰੰਤੂ ਬਰਕਲੇ ਕਹਿੰਦਾ ਕਿ ਜਿਹੜੇ ਸੈਕੰਡਰੀ ਗੁਣ ਨੇ ਯਾਨੀ ਕਿ ਦੁਜੈਲੇ ਗੁਣ ਇਹ ਸਾਡੇ ਮਨ ਦੀ ਉਪਜ ਹਨ। ਉਸੇ ਤਰ੍ਹਾਂ ਮੁੱਢਲੇ ਗੁਣ ਵੀ ਸਾਡੇ ਰਾਹੀਂ ਹੀ ਦਰਸਾਏ ਗਏ ਹਨ। ਇਹ ਮੁੱਢਲੇ ਗੁਣ ਵਸਤੂ ਦੇ ਖੁਦ ਦੇ ਨਹੀਂ ਬਲਕਿ ਸਾਡੇ ਦੁਆਰਾ ਹੀ ਬਣਾਏ ਗਏ ਹਨ। ਇਸ ਲਈ ਵਸਤੂ ਦੇ ਦੋਵੇਂ ਗੁਣ ਸਾਡੇ ਮਨ ਦੀ ਉਪਜ ਹਨ। ਹੁਣ ਇੱਕ ਵਸਤੂ
ਕੇਵਲ ਕਈ ਵੱਖ-ਵੱਖ ਗੁਣਾਂ ਦਾ ਮੇਲ ਹੁੰਦੀ ਹੈ। ਬਿਨਾਂ ਗੁਣਾਂ ਦੇ ਵਸਤੂ ਕੁਝ ਵੀ ਨਹੀਂ, ਅਤੇ ਇਹ ਸਾਰੇ ਗੁਣ ਸਾਡੇ ਮੁੱਢਲੇ ਹਨ, ਭਾਵ ਦੁਜ਼ੈਲੀ ਮਨ ਦੀ ਉਪਜ ਹੁੰਦੇ ਹਨ। ਇਸ ਲਈ ਵਸਤੂ ਜੋ ਗੁਣਾਂ ਦਾ ਮੇਲ ਹੈ ਮਨ ਰਾਹੀਂ ਉਪਜਦੀ ਹੈ। ਇਸ ਤਰ੍ਹਾਂ ਸਾਰੀਆਂ ਵਸਤਾਂ ਕਿਸੇ ਮਾਨਸਿਕ ਸੱਤਾ ਰਾਹੀਂ ਹੀ ਬਣਾਈਆਂ ਜਾਂਦੀਆਂ ਹਨ। ਬਰਕਲੇ ਦੇ ਇਸ ਸਿਧਾਂਤ ਨੂੰ ਆਤਮਗਤ ਆਦਰਸ਼ਵਾਦ ਯਾਨੀ ਕਿ ਸਬਜੈਕਟਿਵ ਆਈਡੀਅਲਿਜ਼ਮ ਕਹਿੰਦੇ ਹਨ, ਕਿਉਂਕਿ ਇਸ ਅਨੁਸਾਰ ਵਸਤੂ ਜਨਮ ਲੈਣ ਤੋਂ ਪਹਿਲਾਂ ਅਤੇ ਜਨਮ ਲੈਣ ਤੋਂ ਬਾਅਦ ਵੀ ਮਨ 'ਤੇ ਨਿਰਭਰ ਹੁੰਦੀ ਹੈ। ਦਰਸ਼ਨ ਸ਼ਾਸਤਰ ਦੇ ਇਤਿਹਾਸ ਵਿੱਚ ਅਜਿਹੇ ਵਿਚਾਰ ਕੇਵਲ ਬਰਕਲੇ ਨੇ ਹੀ ਦਿੱਤੇ ਸਨ, ਜਿਨ੍ਹਾਂ ਨੂੰ ਕੋਈ ਹੋਰ ਦਾਰਸ਼ਨਿਕ ਵਧੇਰੇ ਠੋਸ ਮਾਨਤਾ ਨਹੀਂ ਦਿੰਦਾ। ਇਸ ਕਾਰਨ ਬਰਕਲੇ ਦੇ ਇਸ ਸਿਧਾਂਤ ਨੂੰ ਇੱਕਵਾਦ ਕਹਿੰਦੇ ਹਨ, ਕਿਉਂਕਿ ਇਸ ਰਾਹੀਂ ਬਰਕਲੇ ਇਹ ਸਿੱਧ ਕਰਦਾ ਹੈ ਕਿ ਕੇਵਲ ਮੈਂ ਜਾਂ ਮੇਰਾ ਮਨ ਹੀ ਸੱਤਾ ਰੱਖਦਾ ਹੈ, ਬਾਕੀ ਸਭ ਇਸ ਦੇ ਪ੍ਰਤੱਖੀਕਰਨ ਦੇ ਆਧਾਰਿਤ ਹੈ। ਅੱਜ ਇੰਨਾ ਹੀ। ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਆਪ ਵੀ ਕਰੋ ਅਤੇ ਹੋਰਨਾਂ ਨੂੰ ਵੀ ਕਰਾਓ, ਇਹ ਸਾਡੀ ਬੇਨਤੀ ਹੈ। ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਨੂੰ ਆਪਾਂ ਕੋਈ ਨਵਾਂ ਚੈਪਟਰ ਜਿਵੇਂ ਕੁਦਰਤਵਾਦ ਬਾਰੇ ਕਰ ਸਕੀਏ, ਜਾਂ ਫਿਰ ਕੋਈ ਨਵਾਂ ਚੈਪਟਰ ਹੋਰ ਸ਼ੁਰੂ ਕਰਾਂਗੇ। ਤਦ ਤੱਕ ਲਈ ਸ਼ੁਕਰੀਆ, ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ।